सत श्री अकाल, मैं परमजीत कौर सैनी ਤੇ ਰੋਜ਼ਾਨਾ ਦੀ ਤਰ੍ਹਾਂ ਇੱਕ ਵਾਰ ਫਿਰ ਤੋਂ ਰੂਬਰੂ ਹੋਏ ਆ ਪ੍ਰੋਗਰਾਮ ਖਬਰਾਂ ਦੇ ਆਰ-ਪਾਰ ਲੈ ਕੇ। ਅੱਜ ਮੇਰੇ ਨਾਲ ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਨ ਦੇ ਲਈ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ। ਸਭ ਤੋਂ ਪਹਿਲਾਂ ਟੈਣਾ ਸਾਹਿਬ ਸਵਾਗਤ ਹੈ। ਬਹੁਤ ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਜੀ। ਬਿਲਕੁਲ, ਸੋ ਆਪਣੇ ਦਰਸ਼ਕਾਂ ਨੂੰ ਵੀ ਸੱਦਾ ਦੇ ਦਿੰਦੇ ਆ ਕਿ ਅਸੀਂ ਰੋਜ਼ਾਨਾ ਤੁਹਾਡੇ ਰੂਬਰੂ ਹੁੰਨੇ ਆ ਪ੍ਰੋਗਰਾਮ ਖਬਰਾਂ ਦੇ ਆਰ-ਪਾਰ ਦੇ ਜ਼ਰੀਏ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਖਬਰਾਂ ਨੂੰ ਆਪਣੇ ਪ੍ਰੋਗਰਾਮ ਦਾ ਹਿੱਸਾ ਬਣਾਉਂਦੇ ਆ। ਸੀਨੀਅਰ ਪੱਤਰਕਾਰ ਦੇ ਨਾਲ ਉਹਨਾਂ ਖਬਰਾਂ ਦੇ ਬਾਬਤ ਵਿਚਾਰ ਚਰਚਾ ਕਰਦੇ ਆ। ਆਪਣੇ ਦਰਸ਼ਕਾਂ ਦੀ ਰਾਏ ਕਮੈਂਟ ਬਾਕਸ ਵਿੱਚ ਲੈਣੇ ਤੇ ਕੁਝ ਚੁਣਿੰਦਾ ਰਾਏ ਨੂੰ ਆਪਣੇ ਪ੍ਰੋਗਰਾਮ ਦਾ ਹਿੱਸਾ ਬਣਾ ਕੇ ਉਸ ਤੇ ਵੀ ਵਿਚਾਰ ਚਰਚਾ ਕਰਦੇ ਆ। ਸੋ ਜੁੜੇ ਰਹੋ ਸਾਡੇ ਨਾਲ ਕਮੈਂਟ ਬਾਕਸ ਦੇ ਰਾਹੀਂ ਤਾਂ ਜੋ ਕੁਝ ਚੁਣਿੰਦਾ ਕਮੈਂਟਸ ਨੂੰ ਅਸੀਂ ਆਪਣੀ ਅਗਲੀ ਕੜੀ ਦੇ ਵਿੱਚ ਹਿੱਸਾ ਬਣਾ ਕੇ ਉਸ ਤੇ ਵਿਚਾਰ ਚਰਚਾ ਕਰ ਸਕੀਏ। ਸ਼ੁਰੂਆਤ ਕਰ ਲੈਂਦੇ ਆ ਪ੍ਰੋਗਰਾਮ ਦੀ ਤੇ ਕਿਸਾਨੀ ਅੰਦੋਲਨ ਤੇ ਜੋ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਜੋ ਵਿਰੋਧ ਪ੍ਰਦਰਸ਼ਨ ਹੈ ਲਗਾਤਾਰ ਜਾਰੀ ਹੈ। ਸਭ ਤੋਂ ਪਹਿਲਾਂ ਟੈਨਾ ਸਾਹਿਬ, ਬੀਤੇ ਦਿਨ ਵੀ ਇਹੀ ਸਵਾਲ ਤੋਂ ਸ਼ੁਰੂਆਤ ਹੁੰਦੀ ਹੈ ਕਿ ਇਸ ਅੰਦੋਲਨ ਨੂੰ ਚੱਲਦਾ ਰਹਿਣਾ, ਇਸ ਅੰਦੋਲਨ ਦੇ ਵਿੱਚ ਕੇਂਦਰ ਦੇ ਨਾਲ ਗੱਲਬਾਤ ਹੁੰਦੇ ਰਹਿਣਾ ਬਹੁਤ ਹੀ ਜ਼ਰੂਰੀ ਹੈ। ਖੜੋਤ ਦੇ ਨਾਲ ਕਿਤੇ ਜੋਸ਼ ਦੇ ਵਿੱਚ ਕਮੀ ਨਾ ਆ ਜਾਵੇ। ਅੱਜ ਦੀ ਜੇਕਰ ਗੱਲ ਕਰੀਏ ਤੇ ਅੱਜ ਵੀ ਜੋ ਕਿਸਾਨ ਆਗੂਆਂ ਦੇ ਵੱਲੋਂ ਬੈਠਕ ਕੀਤੀ ਜਾਏਗੀ, ਅਗਲੀ ਰਣਨੀਤੀ ਉਲੀਕੀ ਜਾਏਗੀ ਕਿਉਂਕਿ ਕੇਂਦਰ ਦੇ ਵੱਲੋਂ ਵਾਰ-ਵਾਰ ਸੱਦਾ ਆ ਰਿਹਾ। ਪਰ ਜੇਕਰ ਹਾਲਾਤ ਜ਼ਮੀਨੀ ਹਕੀਕਤ ਦੇਖੀਏ ਤੇ ਸਰਹੱਦ ਦੇ ਉੱਪਰ ਲਗਾਤਾਰ ਦਿੱਲੀ ਨੂੰ ਘੇਰਾ ਪਾਉਂਦੇ ਹੀ ਜਾ ਰਹੇ ਨੇ ਕਿਸਾਨ। ਸਰਹੱਦ ਦੇ ਉੱਪਰ ਤਾਦਾਦ ਕਿਸਾਨਾਂ ਦੀ ਵੱਧਦੀ ਹੀ ਜਾ ਰਹੀ ਹੈ। ਹੁਣ ਸਿਰਫ ਪੰਜਾਬ ਹਰਿਆਣੇ ਵਾਲੇ ਪਾਸੋਂ ਨਹੀਂ, ਦਿੱਲੀ ਨੂੰ ਦੂਜੇ ਪਾਸੇ ਤੋਂ ਵੀ ਘੇਰਾ ਪੈਣਾ ਸ਼ੁਰੂ ਹੋ ਗਿਆ। ਕਿੰਜ ਵੇਖਦੇ ਹੋ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਜੋਸ਼ ਮੱਠਾ ਨਹੀਂ ਪਿਆ। ਕੱਲ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜਿਹੜੇ ਜੋਗਿੰਦਰ ਸਿੰਘ ਹੋਰੀ ਜੀ, ਉਹਨਾਂ ਨੇ ਕਿਹਾ ਜੀ ਕਿ ਆਉਂਦੇ 2 ਦਿਨਾਂ ਦੇ ਵਿੱਚ 26 ਤੇ 27 ਤਰੀਕ ਤੱਕ 40,000 ਦੇ ਕਰੀਬ ਕਿਸਾਨ ਆ ਜਿਹੜਾ ਉਹ ਹੋਰ ਪਹੁੰਚ ਰਿਹਾ ਟਿਕਰੀ, ਸਿੰਘੂ ਤੇ ਹੋਰ ਵੱਖ-ਵੱਖ ਬਾਰਡਰਾਂ ਦੇ ਉੱਤੇ। ਦੂਜੀ ਗੱਲ ਇਹ ਆ ਵੀ ਠੰਡ ਸਿਖਰ ਦੇ ਉੱਤੇ ਆ, ਪਰ ਇਸ ਠੰਡ ਦੇ ਵਿੱਚ, ਇਸ ਪਾਲੇ ਦੇ ਵਿੱਚ, ਪੋਹ ਦੀਆਂ ਰਾਤਾਂ ਦੇ ਵਿੱਚ ਵੀ ਜਿਹੜਾ ਜੋਸ਼ ਆ ਉਹ ਉਬਾਲੇ ਮਾਰਦਾ। ਤੀਜੀ ਮਹੱਤਵਪੂਰਨ ਗੱਲ ਇਹ ਹੈਗੀ ਆ ਕਿ ਜਿਹੜਾ ਨਾ ਇਹ ਲਟਕਣਬਾਜ਼ੀ ਆ, ਇਹ ਲਟਕਣਬਾਜ਼ੀ ਜਿਹੜੀ ਆ ਉਹ ਲੋਕਾਂ ਨੇ ਨਹੀਂ ਪੈਦਾ ਕੀਤੀ, ਕਿਸਾਨਾਂ ਨੇ ਨਹੀਂ ਕੀਤੀ, ਇਹ ਕੇਂਦਰ ਨੇ ਪੈਦਾ ਕੀਤੀ ਆ। ਕੇਂਦਰ ਦੇ ਵੱਲੋਂ 5 ਮੀਟਿੰਗਾਂ ਹੁਣ ਤੱਕ ਕੀਤੀਆਂ ਗਈਆਂ। ਜੇਕਰ ਉਹ ਚਾਹੁੰਦੇ ਤਾਂ ਪਹਿਲੀ ਮੀਟਿੰਗ ਦੇ ਵਿੱਚ ਮਸਲਾ ਹੱਲ ਹੋ ਸਕਦਾ ਸੀ, ਦੂਜੀ 'ਚ ਕਰ ਲਓ, ਤੀਜੀ 'ਚ ਕਰ ਲਓ, 5ਵੀਂ ਦੇ ਵਿੱਚ ਵੀ ਉਹਨਾਂ ਨੇ ਗੱਲਾਂ ਹੀ ਸੁਣਾਈਆਂ। ਗੱਲਾਂ ਉਹ ਆਪਣੇ ਮਨ ਦੀਆਂ ਗੱਲਾਂ ਸੁਣਾ ਦਿੰਦੇ ਆ ਤੇ ਦੂਜੇ ਦੇ ਮਨ ਦੀ ਗੱਲ ਨਹੀਂ ਜਾਣਦੇ। ਹੁਣ ਵੀ ਤਾਂ ਇਹੀ ਗੱਲ ਕਹਿੰਦੇ ਆ। ਕੱਲ ਹੁਣ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਜੋ ਗੱਲਾਂ ਕਹੀਆਂ ਤੇ ਜੇ ਅਸੀਂ ਉਹਦੇ ਵੱਲ ਸਰਸਰੀ ਝਾਤ ਮਾਰੀਏ ਉਹਦੇ 'ਚੋਂ ਨਿਕਲਦਾ ਕੀ ਆ? ਇੱਕ ਪਾਸੇ ਤਾਂ ਦਿੱਲੀ ਤੋਂ 35 ਕਿਲੋਮੀਟਰ ਪਿੱਛੇ ਕਿਸਾਨ ਬੈਠੇ ਹੋਣ, ਉਹ ਕਹਿੰਦੇ ਹੁਣ ਵੀ ਸਾਡੀਆਂ ਮੰਗਾਂ ਮੰਨੋ। ਦੂਜੇ ਪਾਸੇ ਤੁਸੀਂ 2500 ਕਿਲੋਮੀਟਰ ਦੂਰ ਬੈਠੇ ਕਿਸਾਨਾਂ ਦੇ ਨਾਲ ਮੋਬਾਈਲ ਤੇ ਗੱਲ ਕਰਦੇ ਹੋ, ਵੀਡੀਓ ਕਾਨਫਰੰਸ ਤੇ ਗੱਲ ਕਰਦੇ ਹੋ ਤੇ 5-6 ਸੂਬਿਆਂ ਦੇ ਕਿਸਾਨਾਂ ਨਾਲ ਗੱਲ ਕਰ ਲਈ ਆ ਤੇ ਪੰਜਾਬ ਫੇਰ ਛੱਡਤਾ। ਪੰਜਾਬ ਖੇਤੀ ਪ੍ਰਧਾਨ ਸੂਬਾ, ਪੰਜਾਬ ਦੇ ਕਿਸਾਨ ਕਹਿੰਦੇ ਵੀ ਸਾਨੂੰ ਤੁਹਾਡੇ ਇਹ ਖੇਤੀ ਕਾਨੂੰਨ ਚਾਹੀਦੇ ਨਹੀਂ। ਤੁਸੀਂ 2-4 ਉਹਨਾਂ ਕਿਸਾਨਾਂ ਦੀ ਰਾਏ ਵੀ ਲੈ ਲਓ ਜਿਹੜੇ ਬਾਰਡਰ ਤੇ ਬੈਠੇ ਆ, ਉਹ ਵਿੱਚ ਦੀ ਕੋਈ ਨਿਕਲ ਕੇ ਤੁਹਾਨੂੰ ਫੜ ਥੋੜੀ ਲੈਣਗੇ। ਉਹ ਤੁਹਾਡੇ ਨਾਲ ਗੱਲ ਹੀ ਕਰਨਗੇ ਨਾ, ਤੁਹਾਨੂੰ ਕਹਿਣਗੇ ਵੀ ਸਾਨੂੰ ਆਹ ਚੀਜ਼ ਇਸ ਕਰਕੇ ਨਹੀਂ ਮਨਜ਼ੂਰ। ਪਰ ਉਹਨਾਂ ਦੇ ਨਾਲ ਨਹੀਂ ਗੱਲ ਕਰਨੀ, ਜਿੱਥੇ ਆਪਣੇ ਆ ਉੱਥੇ ਗੱਲ ਕਰਨੀ ਹੈ ਤੇ ਸਾਨੂੰ ਆਪਣੇ ਕਦੇ ਮੰਨਿਆ ਹੀ ਨਹੀਂ, ਇਸ ਗੱਲ ਦਾ ਦੁੱਖ ਹੈ। ਉਸ ਤੋਂ ਅਗਲੀ ਗੱਲ ਇਹ ਆ ਵੀ ਹੁਣ 2-2 ਹਜ਼ਾਰ ਰੁਪਇਆ ਕਦੇ ਖਾਤਿਆਂ 'ਚ ਪਾਤਾ। ਕਹਿੰਦੇ ਜੀ ਹੁਣ ਇਹ ਕਿਸਾਨ ਨਿਧੀ ਸਮਰਿੱਧੀ ਯੋਜਨਾ ਪਤਾ ਨਹੀਂ ਕਿਹੜੀ ਆ ਇਹ, ਕਹਿੰਦੇ ਵੀ ਹੁਣ ਇਹਦੇ ਨਾਲ ਤਾਂ ਕਿਸਾਨ ਖੁਸ਼ਹਾਲ ਹੋ ਜਾਣੇ ਆ। ਕਿਸਾਨ ਆ ਜਿਹੜੇ ਉਹਨਾਂ ਨੇ ਕਿਹਾ ਜੀ ਕਿ 2-2 ਹਜ਼ਾਰ ਰੁਪਇਆ ਤੁਸੀਂ ਆਪਦਾ ਵਾਪਸ ਲੈ ਲਓ, ਸਾਨੂੰ ਖੇਤੀ ਕਾਨੂੰਨ ਵਾਪਸ ਕਰ ਦਿਓ। ਜੇ ਬਾਹਲੀ ਗੱਲ ਆ 500-500 ਰੁਪਇਆ ਕੋਲੋਂ ਵੀ ਪਾ ਦਿੰਦੇ ਆ ਤਾਂ ਵੀ ਵਾਪਸ ਕਰ ਲਓ, ਪਰ ਅਸੀਂ 2-2 ਹਜ਼ਾਰ ਰੁਪਏ ਦੇ ਵਿੱਚ ਆਪਦੀ ਜ਼ਮੀਰ ਗਹਿਣੇ ਪਾ ਦਈਏ, ਆਪਦਾ 50-50 ਲੱਖ ਰੁਪਏ ਦਾ ਕਿੱਲਾ ਜਿਹੜਾ ਉਹ ਸਿੱਕੇ ਤੇ ਟੰਗ ਦਈਏ, ਆਪਦੀਆਂ ਜ਼ਮੀਨਾਂ ਨੂੰ ਅਸੀਂ ਖੁਸ਼ਦਾ ਵੇਖੀਏ, ਇਹ ਗੱਲ ਸੰਭਵ ਨਹੀਂ ਹੈਗੀ। ਸੋ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਕੱਲ ਜਿਹੜੀਆਂ ਗੱਲਾਂ ਕਹੀਆਂ ਉਹ ਮਨ ਕੀ ਬਾਤ ਹੀ ਸੀਗੀ ਤੇ ਉਹਨਾਂ ਨੂੰ ਇੰਨੇ ਕੁ ਡਿਸਲਾਈਕ ਮਿਲਿਆ ਵੀ ਮਾਣਮੱਤੀ ਗੱਲ ਉਹਨਾਂ ਵਾਸਤੇ। ਇਸ ਤੋਂ ਪਹਿਲਾਂ ਵੀ ਬੜੇ ਮਿਲਦੇ ਰਹੇ ਆ। ਸੋ ਇਸ ਕਰਕੇ ਜੋ ਇਸ ਵਕਤ ਲਟਕਣਬਾਜ਼ੀ ਆ ਉਹ ਸਿਰਫ ਤੇ ਸਿਰਫ ਕੇਂਦਰ ਦੀ ਸਰਕਾਰ ਦੀਆਂ ਗਲਤੀਆਂ ਦੇ ਕਰਕੇ ਆ। ਹੁਣ ਮੈਂ ਕੱਲ ਪੀਯੂਸ਼ ਗੋਇਲ ਦਾ ਇੱਕ ਬਿਆਨ ਪੜ੍ਹਿਆ, ਉਹ ਕਹਿੰਦੇ ਇੱਕ ਇਲਾਕੇ ਦੇ ਕਿਸਾਨਾਂ ਵੱਲੋਂ ਹੀ ਵਿਰੋਧ ਕੀਤਾ ਜਾ ਰਿਹਾ ਤੇ ਵਿੱਚ ਉਹਨਾਂ ਨੇ ਇੱਕ ਹੋਰ ਕਿੱਤ ਕੀਤੀ ਆ। ਕਹਿੰਦੇ ਅਸਲ ਦੇ ਵਿੱਚ ਕਿਸਾਨਾਂ ਕੋਲੇ ਤਰਕ ਨਹੀਂ, ਇਸੇ ਕਰਕੇ ਉਹ ਮੀਟਿੰਗ ਨਹੀਂ ਕਰਦੇ ਤੇ ਜੇ ਕਿਸਾਨਾਂ ਕੋਲੇ ਤਰਕ ਹੀ ਹੈ ਨਹੀਂ ਤਾਂ ਫਿਰ 5 ਮੀਟਿੰਗਾਂ ਕਿਹੜੀ ਗੱਲੋਂ ਕੀਤੀਆਂ? ਫਿਰ 6ਵੀਂ ਦੀ ਚਿੱਠੀ ਤੀਜੇ ਦਿਨ ਕਿਉਂ ਪਾ ਦਿੰਦੇ ਆ? ਫਿਰ ਤੁਸੀਂ ਕਹੋ ਵੀ ਤਰਕ ਹੀ ਹੈ ਨਹੀਂ, ਗੱਲ ਖਤਮ ਹੋ ਗਈ। ਮੰਨ ਕੇ ਰਾਜ਼ੀ ਨਹੀਂ, ਮਨਾ ਕੇ ਰਾਜ਼ੀ ਆ। ਤੇ ਕਿਸਾਨ ਨੇ ਗੱਲ ਕਹਿੰਦੇ ਵੀ ਖੇਤੀ ਕਾਨੂੰਨ ਰੱਦ ਕਰੇ ਬਿਨਾਂ ਅਸੀਂ ਕਿਤੇ ਜਾਣਾ ਨਹੀਂ। ਕੱਲ ਵੀ ਕਿਸਾਨਾਂ ਨੇ ਗੱਲ ਕਹੀ ਆ, ਉਹ ਕਹਿੰਦੇ ਸੀ ਵਿਸਾਖੀ ਤੱਕ ਦਾ ਪ੍ਰਬੰਧ ਕਰਕੇ ਆਏ ਆ। ਚਲੋ ਜੇ ਐਂ ਆ ਨਾ ਫਿਰ ਐਂ ਚੱਲਦੇ ਆ। ਨਿਹੰਗ ਸਿੰਘ ਕਹਿੰਦੇ ਹੋਲਾ ਮਹੱਲਾ ਵੀ ਇੱਥੇ ਬਣਾਵਾਂਗੇ। ਜੇ ਇਹ ਗੱਲ ਆ ਫਿਰ ਏਦਾਂ ਹੀ ਚੱਲੋ ਜੀ। ਬਿਲਕੁਲ। ਸੋ ਲਗਾਤਾਰ ਕਿਸਾਨਾਂ ਦਾ ਕਹਿਣਾ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਉੱਥੇ ਹੀ ਕੇਂਦਰ ਦੀ ਮੋਦੀ ਸਰਕਾਰ ਦੇ ਸਾਰੇ ਹੀ ਮੰਤਰੀਆਂ ਵੱਲੋਂ ਹੁਣ ਢਿੰਡੋਰਾ ਪਿੱਟਿਆ ਜਾ ਰਿਹਾ ਕਿ ਕਿਸਾਨਾਂ ਦੀ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦੇ ਰਹੇ ਨੇ। ਕਿਸਾਨਾਂ ਦੇ ਖਾਤਿਆਂ ਦੇ ਵਿੱਚ ਇੰਨੀ ਵੱਡੀ ਰਕਮ ਪਾਈ ਜਾ ਰਹੀ ਹੈ, ਪਰ ਇੰਨੀ ਵੱਡੀ ਰਕਮ ਊਂਠ ਦੇ ਮੂੰਹ ਦੇ ਵਿੱਚ ਜੀਰੇ ਵਾਲੀ ਗੱਲ ਸਾਬਤ ਹੁੰਦੀ ਹੈ ਕਿ ਇੱਕ ਕਿਸਾਨ ਨੂੰ 2-2 ਹਜ਼ਾਰ ਰੁਪਇਆ
ਪਾਣਾ ਤੇ ਉਸ ਤੋਂ ਬਾਅਦ ਵੀ ਜੋ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ 2000 'ਚ ਆਪਣਾ ਜ਼ਮੀਰ ਨਹੀਂ ਵੇਚਦੇ। ਲਗਾਤਾਰ ਜਿਵੇਂ ਤੁਸੀਂ ਦੱਸਿਆ ਕਿ ਜੋ ਕੋਲ ਆਈ ਬੈਠੇ ਨੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਨਹੀਂ ਹੁੰਦੀਆਂ ਤੇ ਹਜ਼ਾਰਾਂ ਕਿਲੋਮੀਟਰ ਦੂਰ ਬੈਠਿਆਂ ਦੇ ਨਾਲ ਗੱਲਾਂ ਬਾਤਾਂ ਹੁੰਦੀਆਂ ਨੇ। ਇਸੇ ਵਿੱਚ ਕੱਲ ਇੱਕ ਖਬਰ ਸਾਹਮਣੇ ਆਈ ਸੀ ਕਿ ਸੰਸਦ ਮੈਂਬਰ ਭਗਵੰਤ ਮਾਨ ਹੋਰੀ ਤੇ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਉਹਨਾਂ ਦੇ ਵੱਲੋਂ ਸੰਸਦ ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਟਲ ਬਿਹਾਰੀ ਵਾਜਪਾਈ ਹੋਰਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਨੇ ਉਸ ਸਮੇਂ ਵਿਰੋਧ ਕੀਤਾ ਗਿਆ ਕਿ ਸ਼ਾਇਦ ਹੁਣੀ ਸੁਣ ਲੈਣਗੇ, ਪਰ ਉਸ ਸਮੇਂ ਵੀ ਉਹਨਾਂ ਨੂੰ ਜਿਸ ਤਰ੍ਹਾਂ ਇਗਨੋਰ ਕੀਤਾ ਗਿਆ, ਜਿਸ ਤਰ੍ਹਾਂ ਅਣਦੇਖਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਕੀਤਾ ਗਿਆ, ਉਸ ਤੋਂ ਬਾਅਦ ਸਵਾਲ ਉੱਠਣੇ ਵਾਜਬ ਨੇ ਕਿ ਹੁਣ ਦੇਖ ਕੇ ਅੰਨੀ ਬੋਲੀ ਗੂੰਗੀ ਹਰ ਤਰ੍ਹਾਂ ਦੀ ਹੋਣ ਦਾ ਸਬੂਤ ਕਿਉਂ ਦੇ ਰਹੇ ਆ ਮੋਦੀ ਸਾਹਿਬ? ਦੇਖੋ ਇੱਥੇ ਤਾਂ 2 ਜਾਣੇ ਸੀਗੇ, 2 ਨਹੀਂ ਤਾਂ 3 ਹੋਣਗੇ। ਉਹਦੇ ਚ ਭਗਵੰਤ ਮਾਨ ਵੀ ਸੀ, ਸੰਜੇ ਸਿੰਘ ਵੀ ਸੀ। ਉਹਨਾਂ ਨੇ ਦੋਵਾਂ ਨੇ ਆਪਣੇ ਹੱਥਾਂ ਦੇ ਵਿੱਚ ਤਖਤੀਆਂ ਫੜੀਆਂ ਸੀ, ਪੋਸਟਰ ਫੜੇ ਸੀ ਜਿਹਦੇ ਉੱਤੇ ਲਿਖਿਆ ਸੀ ਕਿ MSP ਨੂੰ ਕਾਨੂੰਨੀ ਰੂਪ ਦਿਓ। ਇੱਕ ਦੇ ਉੱਤੇ ਲਿਖਿਆ ਸੀ ਖੇਤੀ ਕਾਨੂੰਨ ਰੱਦ ਕਰੋ। ਪ੍ਰਧਾਨ ਮੰਤਰੀ ਤਾਂ 10 ਲੱਖ ਬੰਦੇ ਨੂੰ ਬੈਠੇ ਵੇਖ ਕੇ ਅਣਦੇਖਿਆ ਕਰ ਦਿੰਦੇ ਆ। ਇਹ ਤਾਂ ਫੇਰ ਵੀ 2 ਜਾਣੇ ਸੀਗੇ, ਉਹ ਤਾਂ ਇਧਰਲੇ ਪਾਸੇ ਨਹੀਂ ਝਾਕਦੇ ਵੀ ਸਾਡੀ ਦਿੱਲੀ ਦੇ ਵਿੱਚ ਆਏ ਬੈਠੇ ਆ, ਉਹਨਾਂ ਨੇ ਉੱਥੇ ਕੀ ਝਾਕਣਾ ਹੈਗਾ। ਉਹ ਤਾਂ ਬਸ ਇੱਕੋ ਹੀ ਗੱਲ ਕਰਦੇ ਜੀ ਕਿ देश के लिए हमने बहुत कुछ किया, जो हमने आज किया ये तो 25 साल पहले हो जाना चाहिए था। भाई और बहनों ऐसे हो गया, भाई और बहनों ऐसे हो गया। और ਭਰਾ ਤੇ ਭੈਣਾਂ ਉੱਥੇ ਬੈਠੇ ਆ, ਉਹਨਾਂ ਨੂੰ ਮੰਨਦੇ ਕੁਛ ਨਹੀਂ ਗੇ। ਇੱਕ ਗੱਲ ਹੋਰ ਦੱਸਦਾ ਵੀ ਇਸ ਵਕਤ ਨਾ ਜਿਹੜਾ ਇਹ 2-2 ਹਜ਼ਾਰ ਰੁਪਇਆ ਕਿਸਾਨ ਨਿਧੀ ਯੋਜਨਾ ਦੇ ਤਹਿਤ ਪਾਉਂਦੇ ਆ, ਇਹਦੀ ਲੋੜ ਨਹੀਂ ਗੀ। ਜੇਕਰ ਤੁਸੀਂ ਖੇਤੀ ਨੂੰ ਲਾਹੇਵੰਦੀ ਬਣਾ ਦਿਓ ਤਾਂ 2000 ਕੀ ਮੈਂ ਸੋਚਦਾ 20000 ਪਾਉਣ ਦੀ ਲੋੜ ਵੀ ਨਾ ਪਵੇ। ਇੱਕ ਵਾਰੀ ਨਾ ਕਿਸੇ ਇੱਕ ਅਰਥ ਸ਼ਾਸਤਰੀ ਨੇ ਗੱਲ ਦੱਸੀ ਸੀ, ਖੇਤੀ ਮਾਹਰ ਨੇ, ਉਹ ਕਹਿੰਦਾ ਵੀ ਅਸੀਂ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਦੀ ਗੱਲ ਕਰਦੇ ਆ। ਜੇਕਰ ਖੇਤੀ ਨੂੰ ਇੰਨਾ ਲਾਹੇਵੰਦ ਬਣਾ ਦਿੱਤਾ ਜਾਵੇ ਵੀ ਕਰਜ਼ਾ ਚੜੀ ਨਾ, ਤੇ ਇਹਦੇ ਨਾਲੋਂ ਚੰਗੀ ਗੱਲ ਕੋਈ ਨਹੀਂ। ਮੰਨ ਲਓ ਅੱਜ ਮੇਰੇ ਸਿਰ ਲੱਖ ਰੁਪਏ ਦਾ ਕਰਜ਼ਾ, ਕਿਸੇ ਸਰਕਾਰ ਨੇ ਆ ਕੇ ਮੇਰਾ ਉਹ ਚੋਂ 80000 ਮਾਫ ਕਰਤਾ, ਅਗਲੀ ਕਹੂਗੀ 20 ਅਸੀਂ ਵੀ ਕਰ ਦਿਆਂਗੇ। ਗੱਲ ਮਾਫੀ ਦੀ ਨਹੀਂ, ਗੱਲ ਇਹ ਆ ਵੀ ਖੇਤੀ ਘਾਟੇਬੰਦੀ ਕਿਉਂ ਆ। ਬੰਦਾ ਚਾਹ ਦੇ ਨਾਲ ਖੇਤੀ ਕਰੇ, ਬੰਦੇ ਨੂੰ ਹੌਸਲਾ ਹੋਵੇ ਵੀ ਬਾਕੀ ਕਾਰੋਬਾਰਾਂ ਵਾਂਗੂ ਮੇਰੀ ਵੀ ਖੇਤੀਬਾੜੀ ਬਹੁਤ ਚੱਲਦੀ ਆ, ਸੋ ਤਾਂ ਮਸਲੇ ਦਾ ਹੱਲ ਹੁੰਦਾ। ਪ੍ਰਧਾਨ ਮੰਤਰੀ ਸਾਹਿਬ ਦਾ ਇਦਾਂ ਇਗਨੋਰ ਕਰ ਦੇਣਾ ਤੇ ਪ੍ਰਧਾਨ ਮੰਤਰੀ ਸਾਹਿਬ ਦਾ ਉੱਥੇ ਅਟਲ ਬਿਹਾਰੀ ਵਾਜਪਾਈ ਨੂੰ ਜਯੰਤੀ ਦੇ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਨਾ ਤੇ ਚੁਣੇ ਹੋਏ ਮੈਂਬਰ ਪਾਰਲੀਮੈਂਟਾਂ ਨੂੰ ਕਹਿਣਾ ਵੀ ਚਲੋ ਕੋਈ ਗੱਲ ਨਹੀਂ। ਇਹ ਕੋਈ ਬਾਹਲੀ ਮੈਨੂੰ ਵੱਡੀ ਗੱਲ ਨਹੀਂ ਲੱਗੀ, ਕਿਉਂਕਿ ਉਹ ਸਾਰੇ ਦੇਸ਼ ਨੂੰ ਹੀ ਇਦਾਂ ਕਰਦੇ ਆ। ਉਹਨਾਂ ਦੀ ਨਜ਼ਰ ਦੇ ਵਿੱਚ ਸਿਰਫ ਉਹ ਲੋਕ ਆ ਚੰਗੇ, ਉਹ ਲੋਕ ਆ ਅਣਖੀਲੇ, ਉਹ ਲੋਕ ਆ ਦੇਸ਼ ਭਗਤ ਜਿਹੜੇ ਉਹਨਾਂ ਦੇ ਸੰਚੇ ਦੇ ਵਿੱਚ ਫਿੱਟ ਹੁੰਦੇ ਆ। ਜੇਕਰ ਤੁਸੀਂ ਉਹਨਾਂ ਦੀ ਗੱਲ ਦੇ ਉੱਤੇ ਕਿੰਤੂ ਕਰਦੇ ਆ, ਤੁਸੀਂ ਦੇਸ਼ ਧਰੋਹੀ ਵੀ ਆ, ਤੁਸੀਂ ਦੇਸ਼ ਦੇ ਦੁਸ਼ਮਣ ਵੀ ਆ। ਤੁਸੀਂ ਅਤੀਤ ਦੇ ਵੱਲ ਝਾਤ ਮਾਰ ਕੇ ਦੇਖ ਲਓ, ਸਾਰਾ ਕੁਝ ਇਦਾਂ ਹੀ ਹੋਇਆ। ਜਿਹੜੇ ਲੋਕ ਤਾਂ ਕਹਿਣਗੇ ਜੀ ਕਿ ਹਾਂ ਆ ਬਿਲਕੁਲ ਸਹੀ ਆ, ਉਹ ਕਹਿਣਗੇ ਵੀ ਹਾਂ ਆ ਪ੍ਰਯਾਗਰਾਜ ਨਾ ਕਰਤਾ, ਬਿਲਕੁਲ ਦਰੁਸਤ ਕੀਤਾ। ਭਾਈ ਔਰ ਬਹਿਨੋ ਇਹ ਦੇਸ਼ ਭਗਤ ਹੈ। ਜੇ ਤੁਸੀਂ ਕਹੋਗੇ ਵੀ ਇਹ ਨਾ ਬਦਲਣ ਨਾਲ ਕੀ ਹੁੰਦਾ, ਇਹ ਦੇਸ਼ ਕੇ ਖਿਲਾਫ ਹੈ, ਇਹ ਪਾਕਿਸਤਾਨ ਸੇ ਆਏ ਹੈ, ਫਿਰ ਇਹਨਾਂ ਨੇ ਬੰਦੇ ਇਦਾਂ ਕਰਨ ਲੱਗ ਜਾਂਦੇ ਆ। ਸੋ ਚਾਹੀਦਾ ਇਹ ਆ ਕਿ ਕੰਨ ਦੇ ਉੱਤੇ ਲਿਖਿਆ ਪੜ੍ਹ ਲਓ। ਜੇ ਤੁਹਾਨੂੰ ਇਹ ਲੱਗਦਾ ਕਿ ਇੱਕ ਇਲਾਕੇ ਦੇ ਲੋਕ ਆਏ ਆ, ਪੰਜਾਬ ਦੇ ਲੋਕ ਇੱਥੇ ਆ ਗਏ ਆ ਉੱਤਰਾਖੰਡ ਦੇ ਵਿੱਚੋਂ ਹੁਣ ਲੋਕ ਆਏ ਆ, ਉਹ ਵੀ ਪੰਜਾਬ ਦੇ ਵਿੱਚ ਨਹੀਂ ਲੰਘ ਕੇ ਗਏ ਆ। ਉੱਤਰਾਖੰਡ ਦੇ ਲੋਕਾਂ ਨੂੰ ਵੀ ਰੋਕਿਆ ਪੁਲਿਸ ਨੇ ਬੈਰੀਕੇਡ ਲਾ ਕੇ, ਉੱਥੇ ਵੀ ਜਲ ਤੋਪਾਂ ਦੀ ਵਰਤੋਂ ਕਰਨ ਲੱਗੇ ਸੀ। ਕਿਸਾਨਾਂ ਨੇ ਬਿਲਕੁਲ ਉਹੀ ਫਾਰਮੂਲਾ ਅਪਣਾਇਆ ਜਿਹੜਾ ਹਰਿਆਣੇ ਤੇ ਪੰਜਾਬ ਦੇ ਨੇ ਅਪਣਾਇਆ। ਉਹਨਾਂ ਨੇ ਟਰੈਕਟਰ ਬੈਰੀਕੇਡਾਂ ਤੇ ਚੜ੍ਹਤੇ, ਲੋ ਜੀ ਉਸ ਤੋਂ ਬਾਅਦ ਪੁਲਿਸ ਭੱਜ ਕੇ ਪਿੱਛੇ ਹੋ ਗਈ, ਉਹ ਵੀ ਪਹੁੰਚ ਗਏ ਬਾਰਡਰ ਦੇ ਉੱਤੇ। ਮਤਲਬ ਇਹ ਆ ਵੀ ਦਿੱਲੀ ਨੂੰ ਚਾਰੇ ਪਾਸਿਓਂ ਘੇਰਾ ਪੈਣਾ ਸ਼ੁਰੂ ਹੋ ਗਿਆ। ਇਹ ਹਾਲੇ ਆਉਂਦੇ ਸਮੇਂ ਦੇ ਵਿੱਚ ਵੇਖੋ ਕੀ ਬਣਦਾ। ਮੇਰੀ ਕੱਲ ਇੱਕ ਕਿਸਾਨ ਆਗੂ ਨਾਲ ਗੱਲ ਹੋਈ, ਮਨਜੀਤ ਸਿੰਘ ਧਨੇਰ ਦੇ ਨਾਲ, ਉਹਨਾਂ ਨੇ ਬੜੀ ਵਧੀਆ ਗੱਲ ਕਹੀ। ਉਹ ਕਹਿੰਦੇ ਇਸ ਵਕਤ ਸਰਕਾਰ ਬਦਨਾਮ ਕਰ ਰਹੀ ਹੈ ਕਿਸਾਨ ਆਗੂਆਂ ਨੂੰ ਤੇ ਕਿਸਾਨ ਅੰਦੋਲਨ ਨੂੰ। ਇਹ ਕਹਿੰਦੇ ਜੀ ਕਿ ਦਿੱਲੀ ਦਾ ਨੁਕਸਾਨ ਕਰਨ ਆਏ ਆ। ਅਸੀਂ ਦਿੱਲੀ ਦਾ ਥੋੜੀ ਕਰਨ ਆਏ ਆ, ਅਸੀਂ ਤਾਂ ਦਿੱਲੀ ਦੀ ਹਕੂਮਤ ਨੂੰ ਜਗਾਉਣ ਆਏ ਆ। ਉਹ ਕਹਿੰਦੇ ਵੀ ਵਾਰ-ਵਾਰ ਦਿੱਲੀ ਦੇ ਲੋਕਾਂ ਨੂੰ ਭੜਕਾਉਂਦੇ ਆ, ਤੁਹਾਡਾ ਦੁੱਧ ਬੰਦ ਹੋ ਜਾਣਾ, ਤੁਹਾਡੀਆਂ ਸਬਜ਼ੀਆਂ ਬੰਦ ਹੋ ਜਾਣੀਆਂ। ਉਹ ਕਹਿੰਦੇ ਅਸੀਂ ਦੁੱਧ ਪਹੁੰਚਾਵਾਂਗੇ, ਸਾਡੇ ਕੋਲੇ ਇੰਨੀਆਂ ਸਬਜ਼ੀਆਂ ਆਉਂਦੀਆਂ, ਅਸੀਂ ਭੁੱਖੇ ਨਹੀਂ ਮਰਨ ਦਿੰਦੇ। ਤੁਸੀਂ ਲੋਕਾਂ ਨੂੰ ਨਾ ਭੜਕਾਓ, ਤੁਸੀਂ ਆਪ ਜਾਗੋ। ਬਿਲਕੁਲ। ਸੋ ਲਗਾਤਾਰ ਜੋ ਬਦਨਾਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਪਰ ਨਾਕਾਮਯਾਬ ਹੀ ਹੋ ਰਹੇ ਨੇ। ਇਸ ਦੇ ਵਿੱਚ ਟੈਣਾ ਸਾਹਿਬ ਜੋ ਲੋਕਾਂ ਦੇ ਵਿੱਚ ਗੁੱਸਾ ਫੁੱਟਣਾ ਹੁਣ ਸਮਾਂ ਹੁੰਦਾ ਜਾ ਰਿਹਾ, ਕੇਂਦਰ ਸਰਕਾਰ ਸੁਣਵਾਈ ਨਹੀਂ ਕਰ ਰਹੀ ਤੇ ਕਾਰਪੋਰੇਟ ਘਰਾਣੇ ਵੀ ਲਪੇਟੇ ਦੇ ਵਿੱਚ ਸ਼ੁਰੂ ਤੋਂ ਹੀ ਚੱਲ ਰਹੇ ਨੇ। ਤੇ ਜੋ ਜੀਓ ਦੇ ਟਾਵਰ, ਜੀਓ ਰਿਲਾਇੰਸ ਦੀਆਂ ਚੀਜ਼ਾਂ ਦਾ ਬਾਈਕਾਟ ਇਹਨਾਂ ਦੇ ਵੱਲੋਂ ਕੀਤਾ ਜਾ ਰਿਹਾ, ਟਾਵਰਾਂ ਦੀ ਵੀ ਭੰਨ ਤੋੜ ਕਿਸਾਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਦੇ ਤੌਰ ਤੇ ਇਹ ਕੁਝ ਕੀਤਾ ਜਾ ਰਿਹਾ। ਉੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਕਿ ਟਾਵਰਾਂ ਦੀ ਭੰਨ ਤੋੜ ਨਾ ਕਰੋ। ਕਿਸਾਨ ਕਹਿੰਦੇ ਨੇ ਸਾਡਾ ਰੋਸ ਪ੍ਰਦਰਸ਼ਨ ਕਰਨ ਦਾ ਇਹ ਤਰੀਕਾ, ਅਸੀਂ ਵੀ ਪਹਿਲੇ ਦਿਨ 'ਚ ਹੀ ਨਹੀਂ ਲੱਗ ਗਏ, ਸਾਨੂੰ ਵੀ ਕਿੰਨੇ ਦਿਨ ਹੋ ਗਏ ਜਦੋਂ ਸਾਡੀ ਸੁਣਵਾਈ ਨਹੀਂ ਹੁੰਦੀ ਤੇ ਅਸੀਂ ਅਜਿਹਾ ਕੁਝ ਕਰਾਂਗੇ। ਕਿੰਜ ਵੇਖਦੇ ਹੋ? ਦੇਖੋ ਇੱਕ ਤਾਂ ਗੱਲ ਇਹ ਆ ਵੀ ਚਾਹ ਵੇਚਣ ਤੱਕ ਗੱਲਬਾਤ ਠੀਕ ਸੀਗੀ, ਪਰ ਉਸ ਤੋਂ ਬਾਅਦ ਰੇਲਵੇ ਸਟੇਸ਼ਨ ਵੇਚ ਦੇਣੇ ਆ, ਏਅਰ ਇੰਡੀਆ ਨੂੰ ਵੇਚ ਦੇਣਾ, ਲੋਕਾਂ ਦੇ ਖੇਤ ਵੇਚ ਦੇਣੇ ਆ, BSNL ਨੂੰ ਵੇਚ ਦੇਣਾ, ਇਹ ਗੱਲਾਂ ਹੁਣ ਚੁੱਭਦੀਆਂ। ਹੁਣ ਜਿਹਦੇ ਤੱਕ ਖੋਪੇ ਹੀ ਲੱਗੇ ਹੋਏ ਆ ਵੀ ਭਾਈ ਆਪਾਂ ਨੂੰ ਸਾਰਾ ਕੁਝ ਦਿਸਦਾ ਹੀ ਬਹੁਤ ਵਧੀਆ, ਜਦੋਂ ਖੋਤੇ ਨੂੰ ਘਾਹ ਖਵਾਉਣਾ ਹੋਵੇ ਨਾ, ਉਹ ਵੈਸੇ ਸੁੱਕਾ ਹੁੰਦਾ, ਮੂੰਹ ਨਹੀਂ ਮਾਰਦਾ, ਉਹਦੇ ਹਰੇ ਰੰਗ ਦੀਆਂ ਐਨਕਾਂ ਲਾ ਦਿਓ,
ਉਹਨੂੰ ਫਿਰ ਹਰਾ ਦਿਸਦਾ, ਫਿਰ ਉਹ ਖਾ ਜਾਂਦਾ। ਹੁਣ ਜਿਹੜੇ ਖੋਤਿਆਂ ਵਾਂਗੂ ਹਾਲੇ ਵੀ ਖੋਪੇ ਲਾਈ ਫਿਰਦੇ ਆ, ਉਹਨਾਂ ਦੀ ਗੱਲ ਵੱਖਰੀ ਆ, ਪਰ ਜਿਹੜੇ ਜਾਗਦੇ ਸਿਰਾਂ ਵਾਲੇ ਆ, ਜਿਹੜੇ ਜਿਉਂਦੇ ਜਾਗਦੇ, ਜਿਹੜੇ ਸਿਰ ਦੀ ਵਰਤੋਂ ਇਕੱਲੇ ਵਾਲ ਵਾਹੁਣ ਵਾਸਤੇ ਨਹੀਂ ਕਰਦੇ, ਸੋਚਣ ਵਾਸਤੇ ਵੀ ਕਰਦੇ ਆ, ਉਹਨਾਂ ਨੂੰ ਪਤਾ ਵੀ ਦੇਸ਼ ਦੇ ਵਿੱਚ ਕਈ ਕੁਝ ਇਸ ਵਕਤ ਗਲਤ ਹੋ ਰਿਹਾ, ਤੇ ਜੇਕਰ ਤੁਸੀਂ ਗਲਤ ਦੇ ਉੱਤੇ ਕਿੰਤੂ ਨਹੀਂ ਕਰਦੇ ਤਾਂ ਮਤਲਬ ਇਹ ਵੀ ਤੁਸੀਂ ਉਸ ਤੋਂ ਵੀ ਵੱਡੇ ਗਲਤ ਆ। ਮਰਿਆ ਮਨੁੱਖ ਆ ਜਿਹੜਾ ਬੋਲਦਾ ਨਹੀਂ ਹੁੰਦਾ, ਬਿਲਕੁਲ, ਤੇ ਜਿਹੜਾ ਬੋਲਦਾ ਨਹੀਂ ਨਾ ਮਤਲਬ ਮਰਿਆ ਹੋਇਆ। ਤੇ ਇਸ ਕਰਕੇ ਇਸ ਗੱਲ ਦੇ ਅਰਥ ਸਮਝਣ ਦੀ ਲੋੜ ਆ। ਪਰ ਜਿਹੜੀ ਤੁਸੀਂ ਗੱਲ ਕੀਤੀ ਹੈ ਜੀ ਕਿ ਇਸ ਵਕਤ ਰਿਲਾਇੰਸ ਦੇ ਤੇ ਅਡਾਨੀਆਂ ਅੰਬਾਨੀਆਂ ਦੇ ਕਾਰਪੋਰੇਟ ਘਰਾਣਿਆਂ ਦੇ ਉਤਪਾਦਾਂ ਨੂੰ ਇਸ ਵਕਤ ਬੰਦ ਕੀਤਾ ਜਾ ਰਿਹਾ, ਇਹ ਕੀਤਾ ਹੀ ਜਾਣਾ ਸੀ। ਹੁਣ ਵੇਖੋ ਥੋੜੀ ਜਿਹੀ ਚੁੰਡੀ ਵੱਢੀ ਗਈ ਨਾ, ਤੇ ਰਾਮਦੇਵ ਵੀ ਕੱਲ ਬੋਲਿਆ। ਰਾਮਦੇਵ ਪਹਿਲਾਂ ਤਾਂ ਇਹ ਗੱਲ ਕਹਿਣਾ ਸੀ ਸਾਰਾ ਕੁਝ ਠੀਕ ਹੈ, ਕੋਈ ਚਿੰਤਾ ਵਾਲੀ ਬਾਤ ਨਹੀਂ, ਖੇਤੀ ਕਾਨੂੰਨ ਤਾਂ ਬਹੁਤ ਅੱਛੇ ਹੈ। ਹੁਣ ਉਹਦੀ ਗੱਲ ਜੀ ਵੀ ਝੋਲ ਮਾਰਨ ਲੱਗ ਪਈ, ਕਿਉਂਕਿ ਪਤੰਜਲੀ ਦੀ ਟਿੰਡ ਫੋੜੀ ਵੀ ਦੁਕਾਨਾਂ ਦੇ ਵਿੱਚੋਂ ਬਾਹਰ ਆਉਣ ਲੱਗ ਪਈ ਹੈ। ਉਹ कहना जी कि जो किसान है ना, इनकी भी बात सुननी चाहिए, किसानों की भी बात मान लेनी चाहिए, किसानों को प्रधानमंत्री की बात मान लेनी चाहिए, मिलकर दोनों के मसले हल होने चाहिए। थोड़ा जिहा फर्क पिया ना, हाले होर जदों ओदी आह सुरखी बिंदी जी बाहर आई दुकानां दे विचों, जदों होर चूरन चारन बाहर निकलिया, शायद बाहर निकलिया, ओदा कुछ होर भी विचों मेरा ख्याल आ भी ओदा आऊगा सैट जे काम। दूजी गल ये है कि इस वक्त ਜਿਹੜੇ ਵੱਡੇ ਵੱਡੇ ਟਾਵਰ ਹੈਗੇ ਆ, ਇਹਦਾ ਬਹੁਤ ਵੱਡਾ ਨੁਕਸਾਨ ਪਤਾ ਲੱਗਾ ਜੀ ਕਿ ਇਸ ਵਕਤ ਅੰਬਾਨੀਆਂ ਨੂੰ ਝੱਲਣਾ ਪੈ ਰਿਹਾ। ਪਰ ਗੱਲ ਇਹ ਹੈ ਜੀ ਕਿ ਹੁਣ ਕੱਲ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੀ ਆਪਾਂ ਨੂੰ ਭੰਨ ਤੋੜ ਨਹੀਂ ਕਰਨੀ ਚਾਹੀਦੀ। ਦੇਖੋ, ਵਿਰੋਧ ਕਰਨ ਦੇ ਮੈਂ ਹੱਕ ਦੇ ਵਿੱਚ ਆ, ਆਪਾਂ ਨੂੰ ਵਿਰੋਧ ਵੀ ਕਰਨਾ ਚਾਹੀਦਾ, ਆਪਣੇ ਮਨ ਦੇ ਵਿੱਚ ਗੁੱਸਾ, ਪਰ ਮੇਰਾ ਖਿਆਲ ਆ ਵੀ ਆਪਾਂ ਨੂੰ ਭੰਨ ਤੋੜ ਤਾਂ ਨਹੀਂ ਕਰਨੀ ਚਾਹੀਦੀ। ਮੇਰੇ ਨਿੱਜੀ ਵਿਚਾਰ ਆ ਵੀ ਅਸੀਂ ਅੱਜ ਭੰਨ ਤੋੜ ਕਰ ਦਈਏ ਕਿਸੇ ਚੀਜ਼ ਦੀ, ਕੱਲ ਨੂੰ ਸਾਡੇ ਉੱਤੇ ਕੋਈ ਕਾਨੂੰਨੀ ਪੇਚਾ ਪੈਂਦਾ, ਬਾਅਦ ਦੇ ਵਿੱਚ ਸਾਡਾ ਆਪਣਾ ਨੁਕਸਾਨ ਆ। ਨਾ ਕੈਪਟਨ ਨੇ ਖੜਨਾ, ਨਾ ਬਾਦਲਾਂ ਨੇ ਖੜਨਾ, ਨਾ ਆਪ ਵਾਲਿਆਂ ਨੇ ਖੜਨਾ, ਸਾਨੂੰ ਆਪਣੀ ਆਪੇ ਭੁਗਤਣੀ ਪੈਣੀ ਆ। ਵਿਰੋਧ ਜ਼ਰੂਰ ਕਰੀਏ, ਅਸੀਂ ਵੱਧ ਤੋਂ ਵੱਧ ਨੰਬਰ ਪੋਰਟ ਕਰਵਾ ਲਈਏ, ਅਸੀਂ ਰਿਲਾਇੰਸ ਦੇ ਜਿਹੜੇ ਟਾਵਰ ਆ ਉਹਨਾਂ ਨੂੰ ਬੰਦ ਰੱਖੀਏ, ਇਹ ਸਾਡੇ ਅਧਿਕਾਰ ਖੇਤਰ ਦੇ ਵਿੱਚ ਗੱਲ ਆ ਸਕਦੀ ਆ, ਪਰ ਕਿਸੇ ਚੀਜ਼ ਦੀ ਭੰਨ ਤੋੜ ਕਰਨੀ ਮੈਂ ਇਹਦੇ ਨਿੱਜੀ ਤੌਰ ਦੇ ਉੱਤੇ ਹੱਕ ਦੇ ਵਿੱਚ ਨਹੀਂ ਹੈ ਜੀ। ਬਿਲਕੁਲ, ਸੋ ਇਸ ਚੀਜ਼ਾਂ ਨੂੰ ਵੀ ਖਿਆਲ ਵਿੱਚ ਰੱਖਦੇ ਹੋਏ ਪ੍ਰਦਰਸ਼ਨ ਹੋਣੇ ਚਾਹੀਦੇ ਨੇ। ਇਸੇ ਵਿੱਚ ਟੈਣਾ ਸਾਹਿਬ ਲਗਾਤਾਰ ਵਿਰੋਧ ਪ੍ਰਦਰਸ਼ਨਾਂ ਦਾ ਹੋਣਾ, ਕਿਸਾਨਾਂ ਦੇ ਵੱਲੋਂ ਭਾਜਪਾ ਨੇਤਾਵਾਂ ਦਾ ਘਿਰਾਓ ਪੰਜਾਬ ਦੇ ਵਿੱਚ ਖਾਸ ਤੌਰ ਤੇ ਕੀਤਾ ਜਾ ਰਿਹਾ, ਕਦੀ ਉਹਨਾਂ ਦੇ ਘਰਾਂ ਦੇ ਬਾਹਰ, ਕੋਠੀਆਂ ਦੇ ਬਾਹਰ ਘਿਰਾਓ ਕੀਤੇ ਜਾਂਦੇ ਨੇ। ਤੇ ਬੀਤੇ ਦਿਨ ਵੀ ਕੁਝ ਅਜਿਹਾ ਹੀ ਹੋਇਆ, ਜਲੰਧਰ ਦੇ ਵਿੱਚ ਹੋਇਆ, ਪੰਜਾਬ ਦੇ ਦੂਜੇ ਇਲਾਕਿਆਂ ਦੇ ਵਿੱਚ ਹੋਇਆ ਕਿ ਭਾਜਪਾ ਨੇਤਾਵਾਂ ਦਾ ਘਿਰਾਓ ਕਰਨ ਪਹੁੰਚੇ, ਪਰ ਕਿਸਾਨਾਂ ਦੇ ਉੱਪਰ ਉਲਟਾ ਲਾਠੀ ਚਾਰਜ ਕਰ ਦਿੱਤਾ ਗਿਆ। ਹਿੰਸਕ ਬਣਾਉਣਾ ਚਾਹੁੰਦੇ ਨੇ ਕਿ ਕਿਸਾਨ ਗੁੱਸੇ ਦੇ ਵਿੱਚ ਆ ਕੇ ਕੁਝ ਅਜਿਹਾ ਕਰ ਦੇਣ ਕਿ ਅਸੀਂ ਅੰਦੋਲਨ ਨੂੰ ਤਾਰ ਪੀਡੋ ਕਰ ਦਈਏ। ਦੇਖੋ, ਇਹ ਗੱਲ ਸੱਚੀ ਹੈ ਵੀ ਇਸ ਵਕਤ ਨਾ ਕਿਸਾਨਾਂ ਨੂੰ ਟੈਸਟ ਪੈਨ ਲਾ ਲਾ ਕੇ ਚੈੱਕ ਕੀਤਾ ਜਾ ਰਿਹਾ। ਬਿਲਕੁਲ, ਜਿਵੇਂ ਅਸੀਂ ਕਰੰਟ ਨਹੀਂ ਚੈੱਕ ਕਰਦੇ ਹੁੰਦੇ ਤਾਰ ਦਾ, ਇਹ ਕਿਸਾਨਾਂ ਨੂੰ ਉਵੇਂ ਚੈੱਕ ਕਰ ਰਹੇ ਆ ਵੀ ਕਿਸਾਨ ਮੋੜਵਾ ਉੱਤਰ ਕਿਹੋ ਜਿਹਾ ਦਿੰਦੇ ਆ। ਜੇ ਕੱਲ ਨੂੰ ਕਿਸਾਨ ਭੱਖ ਗਏ, ਭੜਕ ਕੇ ਉਹਨਾਂ ਨੇ ਕੁਛ ਨਾ ਕੁਛ ਕਰਤਾ, ਫਿਰ ਕਹਿਣਗੇ ਜੀ ਕਿ ਇਹਦੇ ਵਿੱਚ ਅਸੀਂ ਪਹਿਲਾਂ ਹੀ ਕਿਹਾ ਸੀ ਗਲਤ ਅਨਸਰ ਬੜੇ ਹੋਏ ਨੇ। ਪਰ ਇਹ ਸਬਰ ਦਾ ਇਮਤਿਹਾਨ ਲਈ ਜਾਂਦੇ ਆ, ਇਹਨਾਂ ਨੂੰ ਚਾਹੀਦਾ ਵੀ ਇਮਤਿਹਾਨ ਲੈਣਾ ਬੰਦ ਕਰਨ, ਮਾਹੌਲ ਬਿਲਕੁਲ ਸੁਖਾਵਾਂ ਰਵੇ, ਸ਼ਾਂਤ ਰਵੇ। ਇਸ ਕਰਕੇ ਗੱਲਾਂ ਮੰਨ ਲਈਆਂ ਜਾਣ ਜਾਂ ਮਨਾ ਲਈਆਂ ਜਾਣ, ਇਹ ਆਪਸੀ ਸਹਿਮਤੀ ਦੀ ਗੱਲ ਆ। ਪਰ ਜਿਸ ਤਰੀਕੇ ਦੇ ਨਾਲ ਕੱਲ ਬਠਿੰਡੇ ਦੇ ਵਿੱਚ ਲੋਕ ਇਹ ਗੱਲ ਕਹਿੰਦੇ ਆ ਜੀ ਕਿ ਅਸੀਂ ਤਾਂ ਬੈਠੇ ਸੜਕਾਂ ਦੇ ਉੱਤੇ, ਸਾਡੇ ਬਜ਼ੁਰਗ ਮਾਪੇ ਬੈਠੇ ਇਸ ਵਕਤ 30 ਦਿਨਾਂ ਤੋਂ ਸੜਕਾਂ ਦੇ ਉੱਤੇ ਦਿੱਲੀ ਦੇ ਵਿੱਚ, ਪਰ ਇਹ ਜਿਹੜੇ ਲਾ ਕੇ ਟੈਂਟ ਤੇ ਉੱਥੇ ਜੀ ਕਹਿੰਦੇ ਫੀਤਾ ਕੱਟਣਾ ਆਪਾਂ ਤਾਂ, ਉੱਥੇ ਜੀ ਮਿਸ਼ਰੀ ਖਾਣੀ ਆ, ਉੱਥੇ ਜੀ ਕਹਿੰਦੇ ਤਾਂ ਸ਼ਰਧਾਂਜਲੀ ਸਮਾਗਮ ਕਰਨਾ। ਬਠਿੰਡੇ ਦੇ ਵਿੱਚ ਕਿਸਾਨਾਂ ਨੇ ਕੱਲ ਬੀਜੇਪੀ ਦੇ ਆਗੂ ਮੂਰੇ ਦੜਾਏ ਆ। ਮੈਂ ਦੇਖੀਆਂ ਫੋਟੋਆਂ, 5-5 ਫੁੱਟ ਉੱਚੀਆਂ ਨੇ ਕੰਧਾਂ, ਉਹ ਬੀਜੇਪੀ ਦੇ ਆਗੂ ਟੱਪਦੇ ਆ, ਉਹ ਮੀਡੀਆ ਦੇ ਵਿੱਚ ਆਈਆਂ। ਸੋ ਉੱਥੇ ਜਿਹੜਾ ਉਹ ਕੁਰਸੀਆਂ ਵੀ ਤੋੜੀਆਂ ਕਿਸਾਨਾਂ ਨੇ, ਉੱਥੇ ਟੈਂਟ ਦੇ ਵਿੱਚ ਵੀ ਜਿਹੜਾ ਜਾ ਕੇ ਸਾਰੇ ਸਮਾਗਮ ਤੇ ਕਬਜ਼ਾ ਕਰ ਲਿਆ। ਸੋ ਬੀਜੇਪੀ ਦੇ ਆਗੂ ਭੱਜ ਗਏ। ਜਲੰਧਰ ਦੇ ਵਿੱਚ ਮਨੋਰੰਜਨ ਕਾਲੀਆ ਦੀ ਕੋਠੀ ਦਾ ਘਿਰਾਓ ਕਰਨ ਗਏ, ਇੱਥੇ ਵੀ ਪੁਲਿਸ ਦੇ ਨਾਲ ਧੱਕਾ ਮੁੱਕੀ ਹੋਈ ਆ, ਹਲਕਾ ਲਾਠੀ ਚਾਰਜ ਵੀ ਹੋਇਆ। ਫਗਵਾੜੇ ਦੇ ਵਿੱਚ ਵੀ ਇਵੇਂ ਹੋਇਆ। ਇਧਰ ਜਿਹੜੇ ਸੋਮ ਪ੍ਰਕਾਸ਼ ਆ ਉਹ ਹੁਸ਼ਿਆਰਪੁਰ ਦੇ ਵਿੱਚ ਗਏ ਸੀ ਸਮਾਗਮ ਦੇ ਵਿੱਚ, ਉੱਥੇ ਵੀ ਇਵੇਂ ਵਿਰੋਧ ਹੋਇਆ। ਗੱਲ ਮੁਕਤਸਰ ਸਾਹਿਬ ਦੀ ਕਰ ਲਈਏ, ਉੱਥੇ ਵੀ ਇਵੇਂ ਹੋਇਆ। ਮਤਲਬ ਇਹ ਆ ਵੀ ਬੀਜੇਪੀ ਨੂੰ ਜੇਕਰ ਹਾਲੇ ਵੀ ਨਾ ਸਮਝ ਆਈ, ਜੇ ਉਹ ਹਾਲੇ ਵੀ ਇਹ ਗੱਲ ਕਹੀ ਗਏ ਜੀ ਕਿ ਇਹ ਤਾਂ ਵਿਰੋਧੀਆਂ ਦੇ ਭੇਜੇ ਹੋਏ ਹਨ, ਤਾਂ ਫਿਰ ਤੁਹਾਡੇ ਹੱਕ ਦੇ ਵਿੱਚ ਕੌਣ ਆ, ਸਾਨੂੰ ਉਹਦੀ ਗਿਣਤੀ ਤਾਂ ਦੱਸ ਦਿਓ। ਇਸ ਵਕਤ ਇਹਨਾਂ ਨੂੰ ਲੋੜ ਆ ਸਮਝਣ ਦੀ, ਲੋੜ ਆ ਇਸ ਵਕਤ ਜਾਣਨ ਦੀ। ਜੇਕਰ ਤੁਸੀਂ ਕਿਸਾਨਾਂ ਦੇ ਉੱਤੇ ਡਾਂਗਾ ਚਲਾਓਗੇ ਨਾ, ਜੇਕਰ ਪੱਗਾਂ ਲਾਓਗੇ, ਤਾਂ ਇਹ ਵੀ ਇੱਕ ਦਿਨ ਮੁੱਦਾ ਭਖ ਜਾਣਾ। ਇਸ ਕਰਕੇ ਮਾਹੌਲ ਨੂੰ ਜ਼ਾਬਤੇ ਦੇ ਵਿੱਚ ਰੱਖਣਾ ਚਾਹੀਦਾ। ਇਹ ਹੁਣ ਦੇਖੋ ਸਮਾਂ ਕਿਹੋ ਜਿਹਾ ਆ ਚੁੱਕਿਆ। ਯੂਪੀ ਦੇ ਵਿੱਚ ਇੱਕ ਕਿਸਾਨ ਨੇ ਪਿਛਲੇ ਦਿਨੀ ਆਪਣੀ ਫੇਸਬੁੱਕ ਦੇ ਉੱਤੇ ਪੋਸਟ ਪਾਈ ਕਿ ਜੀ ਯੂਪੀ ਦੇ ਵਿੱਚ ਜੰਗਲ ਰਾਜ ਆ, ਇੱਥੇ ਆ ਜਿਹੜਾ ਜੀ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ, ਉਹਦੇ ਤੇ ਪਰਚਾ ਦਰਜ ਹੋ ਗਿਆ। ਕੱਲ ਉਥੋਂ ਦੀ ਹਾਈ ਕੋਰਟ ਨੇ ਇਹ ਗੱਲ ਕਹੀ ਆ, ਉਹ ਕਹਿੰਦੇ ਜੀ ਜੰਗਲ ਰਾਜ ਨੂੰ ਜੰਗਲ ਰਾਜ ਕਹਿਣਾ
ਜਾਂ ਜੇਕਰ ਤੁਹਾਡਾ ਪ੍ਰਭਾਵ ਆ ਕਿ ਫਲਾਣਾ ਸੂਬੇ ਦੇ ਵਿੱਚ ਜੰਗਲ ਰਾਜ ਆ, ਫਲਾਣੇ ਸੂਬੇ ਦੇ ਵਿੱਚ ਬਹੁਤ ਮਾੜੀ ਆ, ਅਰਾਜਕਤਾ ਫੈਲੀ ਹੋਈ ਆ, ਇਹ ਕੋਈ ਗੈਰ ਕਾਨੂੰਨੀ ਕੰਮ ਨਹੀਂਗਾ। ਉਹਨਾਂ ਨੇ ਜ਼ਮਾਨਤ ਜਿਹੜੀ ਉਹ ਵੀ ਤਾਂ ਦੇਣੀ ਸੀਗੀ, ਉਹ ਪਰਚਾ ਹੀ ਖਾਰਜ ਕਰਤਾ, FIR ਰੱਦ ਕਰਤੀ ਹੈ। ਉਹ ਕਹਿੰਦੇ ਸੰਵਿਧਾਨਕ ਨਿਯਮ ਆ ਸਾਡਾ ਵਿਚਾਰ ਪ੍ਰਗਟਾਵੇ ਦਾ, ਉਹਨੇ ਕਿਹੜਾ ਹਿੰਸਾ ਲਈ ਉਕਸਾਇਆ, ਉਹਦੇ ਮਨ ਤੇ ਜਿਹੜਾ ਪ੍ਰਭਾਵ ਆ ਉਹਨੇ ਉਹ ਬਿਆਨ ਕੀਤਾ। ਤੇ ਸੋ ਇਸੇ ਕਰਕੇ ਜੇਕਰ ਪੰਜਾਬ ਦੇ ਵਿੱਚ ਮਨ ਦੇ ਉੱਤੇ ਪ੍ਰਭਾਵ ਇਹ ਆ ਵੀ BJP ਨੇ ਗਲਤ ਕੀਤਾ, ਤੇ ਫਿਰ ਤੁਸੀਂ ਐਂ ਕਿਹੜੀ ਗੱਲੋਂ ਕਹਿੰਦੇ ਵਿਗੜ ਗਏ ਹਨ, ਇਹ ਗੁੰਮਰਾਹ ਹੋ ਗਏ ਹਨ, ਇਹ ਸੱਚੇ ਹਨ ਅਸਲ 'ਚ। ਬਿਲਕੁਲ। ਸੋ ਜੇਕਰ ਟਾਣਾ ਸਾਹਿਬ ਆਹੀ ਜੰਗਲ ਰਾਜ ਦੀ ਗੱਲ ਕਰੀਏ ਤੇ ਅਮਿਤ ਸ਼ਾਹ ਹੋਰੀ ਹੋਏ ਜਾਂ ਮੋਦੀ ਸਾਹਿਬ ਦੇ ਕੋਈ ਵੀ ਮੰਤਰੀ ਹੋਏ, ਜਦੋਂ ਇਹ ਚੋਣ ਰੈਲੀਆਂ ਦੇ ਵਿੱਚ ਜਾਂਦੇ ਨੇ ਤੇ ਬੜੇ ਹੀ ਨੀਡਰ ਹੋ ਕੇ ਕਹਿੰਦੇ ਨੇ ਕਿ ਉਹ ਸਰਕਾਰ ਇੱਥੇ ਸੀਗੀ, ਉਹਨਾਂ ਦਾ ਜੰਗਲ ਰਾਜ ਸੀ। ਜਦੋਂ ਤੁਸੀਂ ਕਹੋ ਉਦੋਂ ਕੁਝ ਹੋਰ ਗੱਲ ਹੈ, ਜਦੋਂ ਦੂਜਾ ਕਹੇ ਤੇ ਉਹ ਦੇਸ਼ ਧਰੋਹੀ ਹੋ ਜਾਂਦਾ ਹੈ। ਸੋ ਲਗਾਤਾਰ ਘੇਰੇ ਦੇ ਵਿੱਚ ਆਉਂਦੀ ਜਾ ਰਹੀ ਹੈ। ਲਗਾਤਾਰ ਜੋ ਲੋਕਾਂ ਦਾ ਕਹਿਣਾ ਹੈ ਕਿ ਮੋਦੀ ਸਾਹਿਬ ਜੋ ਮਰਜ਼ੀ ਜਿਸ ਤਰ੍ਹਾਂ ਦਾ ਮਰਜ਼ੀ ਝੂਠਾ ਪ੍ਰਚਾਰ ਕਰ ਲੈਣ, ਪਰ ਆਪਣੇ ਹੱਕ ਸੱਚ ਦੀ ਆਵਾਜ਼ ਉਹ ਲਗਾਤਾਰ ਬੁਲੰਦ ਕਰਦੇ ਰਹਿਣਗੇ। ਸਮੇਂ ਦੀ ਨਜ਼ਕ ਨੂੰ ਵੇਖਦੇ ਹੋਏ ਟਾਣਾ ਸਾਹਿਬ ਆਖਰੀ ਸਵਾਲ ਕਿ ਹੁਣ ਅਗਲੀ ਰਣਨੀਤੀ ਕੀ ਹੋਣੀ ਚਾਹੀਦੀ ਹੈ? ਤੁਸੀਂ ਜ਼ਮੀਨੀ ਤੌਰ ਦੇ ਉੱਪਰ ਜਾ ਕੇ ਵੀ ਆਏ ਹੋ, ਬਾਰਡਰਾਂ ਦੇ ਉੱਪਰ ਤੁਸੀਂ ਦੇਖਿਆ ਵੀ ਹੈ ਕਿ ਜ਼ਮੀਨੀ ਤੌਰ ਤੇ ਹਾਲਾਤ ਕੀ ਨੇ, ਲੋਕਾਂ 'ਚ ਜੋਸ਼ ਕਿਹੋ ਜਿਹਾ ਆ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੀਆਂ ਤਿਆਰੀਆਂ ਕਿੰਨੀਆਂ ਕੁ ਹੈ? ਲੋਕਾਂ ਦੇ ਵਿੱਚ ਜੋਸ਼ ਆ ਜਿਹੜਾ, ਉਹ ਤਾਂ ਮੈਂ ਸ਼ਬਦਾਂ ਦੇ ਰਾਹੀਂ ਬਿਆਨ ਹੀ ਨਹੀਂ ਕਰ ਸਕਦਾ। ਜੇ ਮੈਂ ਕਹਾਂ ਬਹੁਤ ਆ ਤੇ ਇਹ ਵੀ ਬਹੁਤ ਛੋਟੀ ਗੱਲ ਆ, ਇਸ ਤੋਂ ਵੀ ਕਈ ਗੁਣਾ ਵੱਧ ਆ। ਪਰ ਦੂਜੀ ਗੱਲ ਇਹ ਆ ਕਿ ਅੱਜ ਇੱਕ ਮਹੱਤਵਪੂਰਨ ਮੀਟਿੰਗ ਕਰਨੀ ਕਿਸਾਨਾਂ ਨੇ, ਜੋ ਕੇਂਦਰ ਦੇ ਵੱਲੋਂ ਚਿੱਠੀ ਪਾਈ ਗਈ ਆ, ਪ੍ਰਸਤਾਵ ਰੱਖਿਆ ਗਿਆ, ਉਹਦੇ ਉੱਤੇ ਮੁੜ ਕੇ ਵਿਚਾਰ ਕਰਨੀ ਆ। ਇਸ ਚਿੱਠੀ ਦੇ ਉੱਤੇ ਵਿਚਾਰ ਕਰਦਿਆਂ ਅੱਜ ਦੀ ਮੀਟਿੰਗ ਦੇ ਵਿੱਚ ਇਹ ਗੱਲ ਤੈਅ ਹੋ ਜੂਗੀ ਵੀ ਇਹਨਾਂ ਨੇ ਕਿਸਾਨ ਆਗੂਆਂ ਨੇ ਅਗਲੇ ਦਿਨ ਮੀਟਿੰਗ ਕਰਨੀ ਕਿ ਨਹੀਂ, ਜੇ ਕਰਨੀ ਆ ਤਾਂ ਕਿਹੜੀਆਂ ਸ਼ਰਤਾਂ ਦੇ ਉੱਤੇ ਕਰਨੀ ਆ, ਕਿੰਨੀ ਤਰੀਕ ਨੂੰ, ਕਿੰਨੇ ਸਮੇਂ ਦੇ ਮੁਤਾਬਕ ਕਰਨੀ ਆ। ਉਸ ਤੋਂ ਅਗਲੀ ਗੱਲ ਇਹ ਆ ਕਿ ਇਸ ਵਕਤ ਬਹੁਤ ਵੱਡਾ ਜੋਸ਼ ਦੇਖਣ ਨੂੰ ਮਿਲ ਰਿਹਾ। ਹਰ ਰੋਜ਼ ਟਰਾਲੀਆਂ ਜਾ ਹੀ ਰਹੀਆਂ, ਜੇਕਰ ਉੱਥੋਂ 10 ਮੁੜ ਕੇ ਆਉਂਦੀਆਂ ਤਾਂ 15 ਇਧਰੋਂ ਜਾ ਰਹੀਆਂ। ਇਹ ਸੋਚਦੇ ਸੀ ਵੀ ਪੰਜਾਬੀਆਂ ਦਾ, ਹਰਿਆਣੇ ਦੇ ਲੋਕਾਂ ਦਾ, ਬਾਕੀ ਦੇਸ਼ ਦੇ ਲੋਕਾਂ ਦਾ ਦਮ ਫੁੱਲ ਜਾਣਾ, ਪਰ ਅਸਲ ਦੇ ਵਿੱਚ ਨਾ ਇਹਨਾਂ ਨੇ ਸਪਰਿੰਗ ਨੂੰ ਬਹੁਤ ਨੱਪ ਕੇ ਰੱਖਿਆ। ਇਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਵੀ ਕੰਧ ਦੇ ਵਿੱਚ ਜਿੰਨੇ ਜ਼ੋਰ ਦੀ ਗੇਂਦ ਮਾਰਦੇ ਨਾ, ਮੁੜ ਕੇ ਵੀ ਵਾਪਸ ਉਵੇਂ ਦੀ ਆਉਂਦੀ ਆ। ਸਪਰਿੰਗ ਨੂੰ ਜਿੰਨਾ ਦੱਬ ਕੇ ਰੱਖਾਂਗੇ ਉਹ ਉਨੀ ਤੜ ਨਾਲ ਉੱਠਦਾ। ਇਹ 6.5 ਸਾਲ ਤੋਂ ਦੱਬ ਕੇ ਜੋ ਕੁਝ ਰੱਖਿਆ ਸੀ ਨਾ, ਇਹ ਇੱਕਦਮ ਫੁੱਟ ਕੇ ਆਇਆ। ਮੈਨੂੰ ਲੱਗਦਾ ਵੀ ਕਈਆਂ ਦੇ ਸਿੰਘਾਸਨ ਡੋਲਣਗੇ ਜੀ ਬਿਲਕੁਲ। ਸੋ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਹੁਣ ਅੱਗੇ ਕਿਸਾਨ ਆਗੂਆਂ ਦੀ ਕੀ ਰਣਨੀਤੀ ਹੁੰਦੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਸਲੇ ਦਾ ਕੀ ਹੱਲ ਨਿਕਲਦਾ ਹੈ। ਇਸ ਦੀ ਹਰ ਅਪਡੇਟ ਦੇ ਲਈ ਤੁਸੀਂ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ। ਅੱਜ ਦੀ ਵਿਚਾਰ ਚਰਚਾ ਦੇ ਵਿੱਚ ਇੰਨਾ ਹੀ। ਹੁਣ ਮੈਨੂੰ ਪਰਮਜੀਤ ਕੌਰ ਸੈਣੀ ਅਤੇ ਸੀਨੀਅਰ ਪੱਤਰਕਾਰ ਸੋਹਣ ਸਿੰਘ ਟਾਣਾ ਜੀ ਨੂੰ ਦਿਓ ਇਜਾਜ਼ਤ। ਧੰਨਵਾਦ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ Apple TV ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।